ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਠੀਕ ਹੈ ਜੀ, ਇਸ ਚੈਨਲ ਦੇ ਉੱਪਰ ਸਪੈਕਟਰੋਸਕੋਪੀ ਜਿਹੜੀ ਸੀ ਟੌਪਿਕ ਚੱਲ ਰਿਹਾ, ਜਿਹਦੇ ਵਿੱਚ 1 ਤੋਂ ਲੈ ਕੇ 5 ਤੱਕ ਜਿਹੜੇ ਨੇ ਪਾਰਟ ਕੰਪਲੀਟ ਹੋ ਚੁੱਕੇ ਨੇ। ਅੱਜ ਅਸੀਂ ਕਰਾਂਗੇ 6th ਸਟਾਰਟ ਤੇ ਉਹਦੇ ਨਾਲ ਹੀ ਵਾਈਬ੍ਰੇਸ਼ਨ ਸਪੈਕਟਰੋਸਕੋਪੀ ਨੂੰ ਕਰਾਂਗੇ ਖਤਮ, ਤੇ ਉਹਦੇ ਨਾਲ ਹੀ ਅਸੀਂ 1-2 ਕੁਐਸਚਨ ਜਿਹੜੇ ਨੇ ਪ੍ਰੀਵੀਅਸ ਈਅਰ ਦੇ ਡਿਸਕਸ ਕਰਾਂਗੇ। ਸੋ ਚੱਲਦੇ ਹਾਂ ਜੀ ਆਪਾਂ ਆਪਣੇ ਅੱਜ ਦੇ ਟੌਪਿਕ ਦੇ ਵੱਲ, ਦੈਟ ਇਜ਼ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ। ਦੇ ਵਿੱਚ ਅੱਜ ਅਸੀਂ ਕੀ ਪੜਾਂਗੇ ਕਿ ਵਾਈਬ੍ਰੇਸ਼ਨਸ ਜਿਹੜੀਆਂ ਹੁੰਦੀਆਂ ਨੇ, ਮੋਲੀਕਿਊਲ ਜਿਹੜੀਆਂ ਵਾਈਬ੍ਰੇਸ਼ਨਸ ਕਰਦਾ, ਉਹ ਕਿੰਨੇ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਠੀਕ ਹੈ ਜੀ, ਦੇਖੋ 2 ਤਰ੍ਹਾਂ ਦੀਆਂ ਵਾਈਬ੍ਰੇਸ਼ਨਸ ਨੇ ਬੇਸਿਕਲੀ ਇੱਥੇ, ਸਟਰੈਚਿੰਗ ਤੇ ਬੈਂਡਿੰਗ। ਸਟਰੈਚਿੰਗ ਦਾ ਜਿਹੜਾ ਲਿੰਕ ਹੁੰਦਾ ਹੈਗਾ ਉਹ ਹੁੰਦਾ ਬੌਂਡ ਲੈਂਥ ਦੇ ਨਾਲ, ਤੇ ਬੈਂਡਿੰਗ ਦਾ ਜਿਹੜਾ ਲਿੰਕ ਹੁੰਦਾ ਉਹ ਹੁੰਦਾ ਬੌਂਡ ਐਂਗਲ ਦੇ ਨਾਲ। ਜੇ ਬੌਂਡ ਲੈਂਥ ਦੇ ਵਿੱਚ ਚੇਂਜ ਆਉਂਦੀ ਹੈ ਨਾ ਵਾਈਬ੍ਰੇਟ ਕਰਦੇ ਵਕਤ, ਤਾਂ ਉਹਨੂੰ ਅਸੀਂ ਕਹਾਂਗੇ ਸਟਰੈਚਿੰਗ ਵਾਈਬ੍ਰੇਸ਼ਨ ਹੈ। ਜੇਕਰ ਵਾਈਬ੍ਰੇਟ ਕਰਦੇ ਵਕਤ ਬੌਂਡ ਐਂਗਲ ਦੇ ਵਿੱਚ ਚੇਂਜ ਆ ਰਹੀ ਹੈ ਤਾਂ ਉਹਨੂੰ ਅਸੀਂ ਕਹਾਂਗੇ ਦੈਟ ਇਜ਼ ਬੈਂਡਿੰਗ ਵਾਈਬ੍ਰੇਸ਼ਨ। ਜਿੱਦਾਂ ਐਗਜ਼ਾਮਪਲ ਨਾਲ ਸਮਝਦੇ ਹਾਂ, ਤੁਸੀਂ ਇੱਥੋਂ ਇਹਦੀ ਡੈਫੀਨੇਸ਼ਨ ਕਲੀਅਰ ਕਰ ਸਕਦੇ ਹੋ। ਡੈਫੀਨੇਸ਼ਨ ਕੀ ਹੈ, ਦੇਖੋ ਜਿੱਦਾਂ ਵਾਟਰ ਦਾ ਮੋਲੀਕਿਊਲ ਲਿਆ ਮੈਨੇ, ਓਕੇ। ਵਾਟਰ ਦੇ ਮੋਲੀਕਿਊਲ ਦੇ ਵਿੱਚ ਕੀ ਕੀਤਾ ਮੈਨੇ, ਇਸ ਹਾਈਡਰੋਜਨ ਤੇ ਇਸ ਹਾਈਡਰੋਜਨ ਨੂੰ ਇੱਧਰ ਨੂੰ ਮੂਵ ਕਰਤਾ, ਇਹਨੂੰ ਇੱਧਰ ਨੂੰ, ਠੀਕ ਹੈ ਨਾ। ਤਾਂ ਦੈਟ ਮੀਨ ਇਹਦੇ ਬੌਂਡ ਲੈਂਥ ਜਿਹੜੀ ਹੈਗੀ ਆ ਉਹਨੂੰ ਇਨਕਰੀਜ਼ ਕਰਤਾ। ਜੇ ਬੌਂਡ ਲੈਂਥ ਇਨਕਰੀਜ਼ ਕਰ ਰਹੀ ਹੈ ਤਾਂ ਇਹਦਾ ਮਤਲਬ ਇਹ ਕਿਹੜੀ ਵਾਈਬ੍ਰੇਸ਼ਨ ਹੈ, ਦਿਸ ਇਜ਼ ਸਟਰੈਚਿੰਗ, ਓਕੇ। ਸੋ ਅਗਰ ਇਹਦੇ ਵਿੱਚ ਕੀ ਹੋ ਰਿਹਾ ਹੈ, ਦੈਟ ਇਜ਼ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ, ਇਹਦੇ ਵਿੱਚ ਕੀ ਹੋ ਰਿਹਾ, ਇਹਦੇ ਵਿੱਚ ਇਹ ਦੋਨੋਂ ਬੌਂਡਸ ਨੂੰ ਮੈਨੇ ਕੀ ਕੀਤਾ, ਉੱਪਰ ਵੱਲ ਇਨਕਰੀਜ਼ ਕੀਤਾ ਤੇ ਇਹਨੂੰ ਵੀ ਉੱਪਰ ਵੱਲ ਇਨਕਰੀਜ਼ ਕੀਤਾ, ਓਕੇ। ਸੋ ਇਹ ਦੋਨੋਂ ਜਿਹੜੀਆਂ ਨੇਗੀਆਂ ਮਤਲਬ ਬੌਂਡ ਲੈਂਥ ਦੇ ਵਿੱਚ ਇਹਦੇ ਵਿੱਚ ਚੇਂਜ ਆ ਰਿਹਾ, ਸੋ ਇਸ ਕਰਕੇ ਇਹਨੂੰ ਕਿਹੜੀ ਕਹਾਂਗੇ, ਸਟਰੈਚਿੰਗ ਕਹਾਂਗੇ। ਸਟਰੈਚਿੰਗ 2 ਤਰ੍ਹਾਂ ਦੀ ਹੋ ਸਕਦੀ ਹੈ, ਸਿਮੈਟ੍ਰਿਕ ਤੇ ਅਸਿਮੈਟ੍ਰਿਕ। ਜਿਹੜੀਆਂ ਦੋਨੋਂ ਟਾਈਪਸ ਲਿਖੀਆਂ ਗਈਆਂ ਨੇ, ਓਕੇ, ਇਹ ਦੋਨੋਂ ਟਾਈਪਸ ਨੇਗੀਆਂ, ਇਹ ਵਾਲੀਆਂ ਨੀਚੇ ਡਿਸਕਸ ਕੀਤਾ ਹੋਇਆ, ਇਹ ਦੋਨੋਂ ਹੈਗੀਆਂ ਨੇ ਸਟਰੈਚਿੰਗ ਦੇ ਵਿੱਚ, ਓਕੇ। ਸਟਰੈਚਿੰਗ 'ਚ ਆਉਂਦਾ ਸਿਮੈਟ੍ਰਿਕ ਤੇ ਅਸਿਮੈਟ੍ਰਿਕ। ਹੁਣ ਗੱਲ ਕਰਦੇ ਹਾਂ ਸਿਮੈਟ੍ਰਿਕ ਤੇ ਅਸਿਮੈਟ੍ਰਿਕ ਬਾਰੇ। ਦੇਖੋ ਜਦੋਂ ਇਸ ਨੂੰ ਅਸੀਂ ਇਹ ਵਾਲੇ ਹਾਈਡਰੋਜਨ ਨੂੰ ਇੱਧਰ ਮੂਵ ਕਰਾਂਗੇ ਤੇ ਇਹਨੂੰ ਇੱਧਰ ਮੂਵ ਕਰਾਂਗੇ, ਠੀਕ ਹੈ ਨਾ, ਮੀਨਸ ਦੋਨੋਂ ਤਰਫ ਤੋਂ ਜਿਹੜੀ ਸਟਰੈਚਿੰਗ ਆ ਉਹ ਸੇਮ ਹੋਏਗੀ। ਇਹਦਾ ਵੀ ਕੇਸ ਸੇਮ ਹੀ ਹੋਏਗਾ, ਠੀਕ ਹੈ ਨਾ। ਇਹਨੂੰ ਕਹਿੰਦੇ ਨੇ ਸਿਮੈਟ੍ਰੀਕਲ, ਓਕੇ, ਸਿਮੈਟ੍ਰੀਕਲ ਵਾਈਬ੍ਰੇਸ਼ਨ। ਬਟ ਜੇਕਰ ਅਸੀਂ ਇਹਨੂੰ ਇੱਦਾਂ ਡਰਾ ਕਰੀਏ, ਮੀਨਸ ਇੱਕ ਅਸੀਂ ਕਰਦੇ ਹਾਂ ਕਿ ਜਿਹੜਾ ਹਾਈਡਰੋਜਨ ਹੈ ਉਹਨੂੰ ਇੱਧਰ ਨੂੰ ਮੂਵ ਕਰ ਦਿਓ, ਇਹ ਵਾਲੇ ਹਾਈਡਰੋਜਨ ਨੂੰ ਉੱਧਰ ਨੂੰ ਮੂਵ ਕਰ ਦਿਓ। ਇਹਦੇ ਨਾਲ ਕੀ ਹੋ ਰਿਹਾ, ਜਿਹੜੀ ਇਹ ਵਾਲੀ ਬੌਂਡ ਲੈਂਥ ਹੈ ਇਹ ਵੱਧ ਰਹੀ ਹੈ, ਤੇ ਇਹ ਵਾਲੀ ਬੌਂਡ ਲੈਂਥ ਕੀ ਹੋ ਰਹੀ ਹੈ, ਘਟ ਰਹੀ ਹੈ। ਇਸ ਕਰਕੇ ਇੱਕ ਬੌਂਡ ਦਾ ਵਧਣਾ ਤੇ ਦੂਸਰੇ ਦਾ ਘਟਣਾ, ਉਹਨੂੰ ਕਹਿੰਦੇ ਨੇ ਅਸਿਮੈਟ੍ਰਿਕ ਸਟਰੈਚਿੰਗ। ਸੋ ਇਸ ਕਰਕੇ ਇਹ ਅਸਿਮੈਟ੍ਰਿਕ ਸਟਰੈਚਿੰਗ ਹੈ। ਇਸ ਕੇਸ ਦੇ ਵਿੱਚ ਜੋ ਡਾਈਪੋਲ ਮੂਵਮੈਂਟ ਹੁੰਦਾ ਜੀ ਉਹ 0 ਹੋ ਜਾਂਦਾ ਹੈ। ਇਸ ਕੇਸ ਦੇ ਵਿੱਚ ਡਾਈਪੋਲ ਮੂਵਮੈਂਟ ਕੁਛ ਨਾ ਕੁਛ ਰਹਿੰਦਾ ਹੈ। ਇਸ ਕਰਕੇ ਇਹ IR ਐਕਟਿਵ ਹੁੰਦੇ ਨੇ। IR ਮੀਨਸ ਦੈਟ ਇਜ਼ ਇਨਫਰਾਰੈਡ, ਓਕੇ। ਵਾਈਬ੍ਰੇਸ਼ਨਲ ਜੇਕਰ ਅਸੀਂ ਗੱਲ ਕਰੀਏ ਇਹ ਐਕਟਿਵ ਹੁੰਦੇ ਨੇ, ਬਟ ਇਹ ਕੀ ਹੁੰਦੇ ਨੇ, IR ਇਨਐਕਟਿਵ ਹੁੰਦੇ ਨੇ। ਸੋ ਨੈਕਸਟ ਗੱਲ ਕਰਦੇ ਆ, ਯਾਦ ਰੱਖਣਾ ਕਿ H2O ਜੋ ਹੈ ਵਾਈਬ੍ਰੇਸ਼ਨ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਹ IR ਇਨਐਕਟਿਵ ਹੈ, ਓਕੇ। ਇਹਨੂੰ ਕਹਿੰਦੇ ਨੇ IR ਐਕਟਿਵ। ਜੇਕਰ ਇਸ ਤਰੀਕੇ ਦੀ ਸਟਰੈਚਿੰਗ ਉਹ ਤੁਹਾਨੂੰ ਦਿਖਾ ਰਿਹਾ ਹੈ, ਅਗਰ ਉਹ ਪੇਪਰ 'ਚ ਦੇ ਰਿਹਾ ਕਿ ਇੱਕ ਵਾਟਰ ਮੋਲੀਕਿਊਲ ਹੈ, ਉਹਦੀ ਜਿਹੜੀ ਅਸਿਮੈਟ੍ਰਿਕ ਸਟਰੈਚਿੰਗ ਹੈ, ਤੇ ਉਹ ਤੁਹਾਨੂੰ ਪੁੱਛ ਰਿਹਾ ਕਿ ਉਹ IR ਐਕਟਿਵ ਹੋਏਗਾ ਜਾਂ ਇਨਐਕਟਿਵ ਹੋਏਗਾ, ਤਾਂ ਤੁਸੀਂ ਕੀ ਆਨਸਰ ਦੇਣਾ ਕਿ IR ਐਕਟਿਵ ਹੋਏਗਾ। ਸੋ ਨੈਕਸਟ ਜਿਹੜਾ ਆ ਜਾਂਦਾ ਦੈਟ ਇਜ਼ ਅ ਸੀਜ਼ਰਿੰਗ। ਸੀਜ਼ਰਿੰਗ ਵੀ ਇੱਕ ਤਰੀਕੇ ਦੀ ਵਾਈਬ੍ਰੇਸ਼ਨ ਹੈ। ਇਹਦੇ ਵਿੱਚ ਕੀ ਹੁੰਦਾ, ਜਿੱਦਾਂ ਮੋਲੀਕਿਊਲ ਹੁੰਦਾ ਨਾ, ਇਹਦੇ ਦੋਨੋਂ ਜਿਹੜੇ ਮੋਲੀਕਿਊਲ ਨੇ ਅਗਰ ਇਹ ਇੱਕ ਤਰਫੀ ਮੂਵ ਕਰ ਰਹੇ ਨੇ, ਓਕੇ, ਦੋਨੋਂ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਨੇ, ਉਹਨੂੰ ਅਸੀਂ ਸੀਜ਼ਰਿੰਗ ਕਹਿੰਦੇ ਹਾਂ, ਠੀਕ ਹੈ ਜੀ। ਨੈਕਸਟ ਅਸੀਂ ਗੱਲ ਕਰ ਲੈਂਦੇ ਹਾਂ ਰੌਕਿੰਗ ਬਾਰੇ। ਰੌਕਿੰਗ ਕੀ ਹੈ, ਰੌਕਿੰਗ ਦਾ ਮਤਲਬ ਹੈ ਵੈਨ ਬੋਥ ਸਾਈਡ ਐਟਮ ਮੂਵ ਇਨ ਓਪੋਜ਼ਿਟ ਡਾਇਰੈਕਸ਼ਨ। ਦੇਖੋ ਇਹ ਵਾਲਾ ਐਟਮ ਕਿੱਧਰ ਮੂਵ ਹੋ ਰਿਹਾ, ਇਹ ਇੱਧਰ ਨੂੰ ਹੋ ਰਿਹਾ, ਇਹ ਵਾਲਾ ਐਟਮ ਇੱਧਰ ਨੂੰ, ਮੀਨਸ ਦੋਨੋਂ ਇੱਕ ਤਰਫ ਆ ਰਹੇ ਨੇ, ਠੀਕ ਹੈ, ਓਪੋਜ਼ਿਟ ਆ ਰਹੇ ਨੇ ਦੋਨੋਂ, ਉਹਦੀ ਤਰਫ ਜਾ ਰਿਹਾ, ਉਹ ਉਹਦੀ ਤਰਫ ਆ ਰਿਹਾ, ਉਹਨੂੰ ਕਹਿੰਦੇ ਨੇ ਰੌਕਿੰਗ, ਓਕੇ। ਇਹ ਰੌਕਿੰਗ ਹੁੰਦੀ ਹੈ। ਨੈਕਸਟ ਆ ਜਾਂਦੀ ਹੈ ਵੈਗਿੰਗ ਤੇ ਟਵਿਸਟਿੰਗ। ਹੁਣ ਵੈਗਿੰਗ ਵਾਈਬ੍ਰੇਸ਼ਨ ਕਿਹੜੀ ਹੁੰਦੀ ਹੈ, ਵੈਗਿੰਗ ਦੇ ਵਿੱਚ ਹੁੰਦਾ ਜਦੋਂ ਵੀ ਦੋਨੋਂ ਐਟਮਸ ਇੱਕ ਸੇਮ ਪਲੇਨ ਦੇ ਵਿੱਚ ਮੂਵ ਕਰਦੇ ਨੇ, ਸੇਮ ਪਲੇਨ ਦੇ ਵਿੱਚ। ਮੈਂ ਤੁਹਾਨੂੰ ਦਿਖਾਉਂਦੀ ਹਾਂ ਅਗਲੀ ਐਗਜ਼ਾਮਪਲ ਲੈ ਕੇ। ਤੇ ਟਵਿਸਟਿੰਗ ਹੁੰਦਾ ਜਦੋਂ ਇੱਕ ਪਲੇਨ ਹੈ, ਇੱਕ ਐਟਮ ਜਿਹੜਾ ਹੈ ਪਲੇਨ ਦੇ ਦੂਸਰੀ ਤਰਫ ਜਾ ਰਿਹਾ ਹੈ, ਤੇ ਉਸੇ ਟਾਈਮ ਦੇ ਉੱਪਰ ਦੂਸਰਾ ਐਟਮ ਜਿਹੜਾ ਹੈ ਉਹ ਪਲੇਨ ਦੇ ਇੱਧਰਲੀ ਸਾਈਡ ਆ ਰਿਹਾ ਹੈ, ਠੀਕ ਹੈ ਨਾ। ਸੋ ਉਹਨੂੰ ਕੀ ਕਹਿੰਦੇ ਨੇ, ਦੈਟ ਇਜ਼ ਅ ਟਵਿਸਟਿੰਗ। ਆਪਾਂ ਗੱਲ ਕਰ ਲੈਂਦੇ ਹਾਂ ਐਗਜ਼ਾਮਪਲ ਬਾਰੇ। ਆ ਦੇਖ ਸਕਦੇ ਹੋ ਤੁਸੀਂ, ਦੈਟ ਇਜ਼ ਇਹ ਸੀਜ਼ਰਿੰਗ ਹੈ, ਓਕੇ। ਇਹ ਮੈਂ ਤੁਹਾਨੂੰ ਆਲਰੇਡੀ ਕਰਵਾਤੀ, ਦੈਟ ਇਜ਼ ਸੀਜ਼ਰਿੰਗ, ਇਹਨੂੰ ਕਹਿੰਦੇ ਨੇ ਰੌਕਿੰਗ। ਨੈਕਸਟ ਆ ਜਾਂਦਾ ਹੈ, ਦੇਖੋ ਆ ਹੁੰਦੀ ਹੈ ਵੈਗਿੰਗ। ਇਹਦੇ ਵਿੱਚ ਕੀ ਹੁੰਦਾ, ਇੱਕ ਪਲੇਨ ਹੁੰਦਾ, ਦੈਟ ਮੀਨ ਜਿਹੜਾ ਇਹ ਹੈ ਇਹ ਪਲੇਨ ਤੋਂ ਪਰਾਂ ਵਾਲੀ ਸਾਈਡ ਜਾ ਰਿਹਾ ਹੈ, ਜਿਹੜਾ ਇਹ ਹੈ ਇਹ ਵੀ ਉਧਰਲੀ ਤਰਫ ਜਾ ਰਿਹਾ ਹੈ, ਮੀਨਸ ਦੋਨੋਂ ਹੀ ਇੱਕਦਮ ਤੇ ਦੋਨੋਂ ਹੀ ਦੂਸਰੀ ਸਾਈਡ ਤੇ ਜਾਂਦੇ ਨੇ, ਠੀਕ ਹੈ। ਬਟ ਅਗਰ ਅਸੀਂ ਗੱਲ ਟਵਿਸਟਿੰਗ ਦੀ ਕਰੀਏ,
ਇਹ ਜਿਹੜਾ ਐਟਮ ਹੈ ਇਹ ਉਧਰਲੀ ਤਰਫ ਜਾਊਗਾ, ਠੀਕ ਹੈ ਨਾ। ਉਸੇ ਟਾਈਮ ਦੇ ਉੱਤੇ ਇਹ ਵਾਲਾ ਐਟਮ ਇਧਰਲੀ ਤਰਫ ਆਊਗਾ। ਮੀਨਸ ਇੱਕ ਦੂਸਰੇ ਦੇ ਕੀ ਕਰਦੇ ਨੇ, ਓਪੋਜ਼ਿਟ ਮੂਵ ਕਰਦੇ ਨੇ, ਪਲੇਨ ਆਊਟ ਆਫ ਪਲੇਨ ਕਹਿੰਦੇ ਨੇ ਇਹਨੂੰ। ਓਕੇ, ਪਲੇਨ ਦੇ ਉਧਰਲੀ ਤਰਫ ਤੇ ਪਲੇਨ ਦੇ ਇਧਰਲੀ ਤਰਫ ਆਉਂਦਾ, ਇਹਨੂੰ ਕਹਿੰਦੇ ਨੇ ਟਵਿਸਟਿੰਗ, ਠੀਕ ਹੈ ਜੀ। ਇਸ ਤਰੀਕੇ ਦੀ ਵਾਈਬ੍ਰੇਸ਼ਨ ਵੀ ਪੋਸੀਬਲ ਹੈਗੀ ਹੈ। ਸੋ ਨੈਕਸਟ ਗੱਲ ਕਰਦੇ ਹਾਂ ਅੱਜ ਆਪਾਂ ਹੁਕਸ ਲਾਅ ਬਾਰੇ। ਹੁਕਸ ਲਾਅ ਦੇ ਅਕੋਰਡਿੰਗ ਜੇਕਰ ਦੇਖਿਆ ਜਾਵੇ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਦੇ ਵਿੱਚ ਅੱਜ ਅਸੀਂ ਥੋੜੀ ਗੱਲ ਕਰਾਂਗੇ ਫ੍ਰੀਕੁਐਂਸੀ ਬਾਰੇ। ਓਕੇ, ਜਿਹੜਾ ਫ੍ਰੀਕੁਐਂਸੀ ਦਾ ਫਾਰਮੂਲਾ ਹੈਗਾ that is nu bar is equal to 1/2 pi c under the root k over mu। k ਕੀ ਹੈ ਇੱਥੇ, k ਨੂੰ ਕਹਿੰਦੇ ਨੇ ਫੋਰਸ ਕਾਂਸਟੈਂਟ, ਐਂਡ ਜੋ ਮਿਊ ਹੈ ਉਹ ਕੀ ਹੈ ਇੱਥੇ, that is reduced mass। reduced mass ਦਾ ਮੈਂ ਫਾਰਮੂਲਾ ਆਲਰੇਡੀ ਪ੍ਰੀਵੀਅਸ ਵੀਡੀਓ ਦੇ ਵਿੱਚ ਡਿਸਕਸ ਕਰ ਦਿੱਤਾ ਸੀਗਾ, m1 over m2 over m1 plus m2। ਸਭ ਤੋਂ ਜਿਹੜੇ ਮੇਨ ਪੁਆਇੰਟਸ ਨੇ ਦੇਖੋ ਉਹ ਲਰਨ ਕਰਾਂਗੇ ਫ੍ਰੀਕੁਐਂਸੀ ਦੇ ਆਪਾਂ। ਮੰਨ ਲਓ ਤੁਹਾਨੂੰ ਐਗਜ਼ਾਮ ਦੇ ਵਿੱਚ ਉਹਨਾਂ ਨੇ ਤਿੰਨ ਕੋਈ ਮੀਨਸ ਮੋਲੀਕਿਊਲ ਦੇਤੇ ਜਾਂ ਕੰਪਾਊਂਡ ਦੇਤੇ, ਠੀਕ ਹੈ। ਇੱਕ ਦੇ ਵਿੱਚ ਟ੍ਰਿਪਲ ਬੌਂਡ ਹੈ, ਦੂਸਰੇ 'ਚ ਡਬਲ ਬੌਂਡ ਹੈ ਤੇ ਤੀਸਰੇ 'ਚ ਸਿੰਗਲ ਬੌਂਡ ਹੈ। ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਕਿਹਦੇ ਵਿੱਚ ਫ੍ਰੀਕੁਐਂਸੀ ਜਿਹੜੀ ਹੈਗੀ ਆ, ਵਾਈਬ੍ਰੇਸ਼ਨਲ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੋਏਗੀ, ਤਾਂ ਤੁਹਾਡੇ ਕੋਲੇ ਆਰਡਰ ਇਹ ਰਹੂਗਾ। ਇਹ ਆਰਡਰ ਡਾਇਰੈਕਟਲੀ ਤੁਸੀਂ ਲਰਨ ਕਰਨਾ ਹੈ। ਟ੍ਰਿਪਲ ਬੌਂਡ ਦੀ ਜਿਹੜੀ ਫ੍ਰੀਕੁਐਂਸੀ ਹੈ ਹਾਈ ਹੁੰਦੀ ਹੈ, ਦੈਨ ਡਬਲ ਐਂਡ ਦੈਨ ਸਿੰਗਲ। ਓਕੇ, ਸੋ ਤੁਸੀਂ ਗੱਲ ਕਰ ਸਕਦੇ ਹੋ ਸੈਕਿੰਡ ਫੈਕਟਰ ਜਿਹੜਾ ਫ੍ਰੀਕੁਐਂਸੀ ਹੈ ਉਹ ਮਾਸ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ। ਸਮਝ ਆ ਗਿਆ, ਜਿਹਦਾ ਮਾਸ ਘੱਟ ਹੋਊਗਾ ਉਹਦੀ ਫ੍ਰੀਕੁਐਂਸੀ ਉਨੀ ਕੀ ਹੋਏਗੀ, ਹਾਈ ਹੋਏਗੀ। ਜਿਵੇਂ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ O ਤੇ H, ਠੀਕ ਹੈ ਨਾ, ਇੱਕ ਹੈਗਾ O ਤੇ D। ਇੱਥੇ H ਦਾ ਮਤਲਬ ਕੀ ਹੈ, ਹਾਈਡਰੋਜਨ, D ਦਾ ਮਤਲਬ ਕੀ ਹੈ, ਡਿਊਟੋਰੀਅਮ। ਤਾਂ ਡਿਊਟੋਰੀਅਮ ਜਿਹੜਾ ਹੁੰਦਾ ਤੇ ਹਾਈਡਰੋਜਨ ਜਿਹੜਾ ਹੁੰਦਾ, ਤੁਸੀਂ ਇੱਥੇ ਦੇਖ ਸਕਦੇ ਹੋ ਵੀ ਕਿਹਦਾ ਮਾਸ ਹੈ ਜਿਹੜਾ ਘੱਟ ਹੈ, ਠੀਕ ਹੈ ਨਾ। ਮਾਸ ਕਿਹਦਾ ਘੱਟ ਹੈ, ਓਬਵੀਅਸਲੀ ਹਾਈਡਰੋਜਨ ਦਾ ਮਾਸ ਘੱਟ ਹੈ ਇੱਥੇ, ਤਾਂ ਇਹਦੀ ਫ੍ਰੀਕੁਐਂਸੀ ਕੀ ਹੋਏਗੀ, ਜ਼ਿਆਦਾ। ਕਿਹਦੇ ਕੰਪੈਰੀਜ਼ਨ ਦੇ ਵਿੱਚ, ਡਿਊਟੀਰੀਅਮ। ਓਕੇ, ਸੋ ਨੈਕਸਟ ਅਸੀਂ ਗੱਲ ਕਰਦੇ ਹਾਂ, ਅਗਰ ਤੁਹਾਨੂੰ CH, ਉਹੀ ਗੱਲ ਆ ਗਈ, ਦੇਖੋ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ CH ਦੀ ਜ਼ਿਆਦਾ ਹੁੰਦੀ ਹੈ CD ਨਾਲੋਂ। ਨੈਕਸਟ ਕੁਐਸਚਨ ਹੈ ਫ੍ਰੀਕੁਐਂਸੀ ਆਰਡਰ। ਜੇਕਰ ਤੁਹਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਅਗਰ ਦੇਖੋ H ਸਾਰਿਆਂ ਨਾਲ ਲੱਗਿਆ ਹੋਇਆ ਹੈ ਨਾ, ਤੇ ਸਾਰਿਆਂ ਦੇ ਵਿੱਚ ਡਿਫਰੈਂਟ ਗਰੁੱਪ ਲੱਗੇ ਹੋਏ ਨੇ, ਫਲੋਰੀਨ, ਦੈਨ ਆਕਸੀਜਨ, ਦੈਨ ਨਾਈਟ੍ਰੋਜਨ ਐਂਡ ਦੈਨ ਕਾਰਬਨ। ਓਕੇ, ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫ੍ਰੀਕੁਐਂਸੀ ਆਰਡਰ ਕੀ ਹੈ, ਦੈਟ ਇਜ਼ FH ਦੀ ਫ੍ਰੀਕੁਐਂਸੀ ਕੀ ਹੈ, ਸਭ ਤੋਂ ਜ਼ਿਆਦਾ। ਫਿਰ ਕਿਹਦੀ ਹੈ, OH ਦੀ ਫ੍ਰੀਕੁਐਂਸੀ, ਦੈਨ NH, ਦੈਨ CH। ਫ੍ਰੀਕੁਐਂਸੀ ਆਫ ਅਸਿਮੈਟ੍ਰਿਕ ਸਟਰੈਚਿੰਗ, ਤੁਹਾਨੂੰ ਮੈਂ ਉੱਪਰ ਦੱਸਿਆ ਸੀ ਨਾ, ਇੱਕ ਅਸਿਮੈਟ੍ਰਿਕ ਸਟਰੈਚਿੰਗ ਹੁੰਦੀ ਆ, ਇੱਕ ਸਿਮੈਟ੍ਰਿਕ ਸਟਰੈਚਿੰਗ ਹੁੰਦੀ ਆ। ਸਿਮੈਟ੍ਰਿਕ ਸਟਰੈਚਿੰਗ ਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹ ਘੱਟ ਹੁੰਦੀ ਹੈ ਅਸਿਮੈਟ੍ਰਿਕ ਨਾਲੋਂ। ਓਕੇ, ਨੈਕਸਟ ਗੱਲ ਕਰ ਲੈਂਦੇ ਆ। ਤੁਹਾਡੇ ਕੋਲੇ ਕੋਈ ਮੀਨਸ ਤੁਹਾਨੂੰ ਤਿੰਨ ਕੰਪਾਊਂਡ ਦਿੱਤੇ ਨੇ, HCHO, CH3CHO, CH3CO, CH3। ਅਗਰ ਐਗਜ਼ਾਮ 'ਚ ਤਿੰਨੋਂ ਆ ਜਾਂਦੇ ਨੇ, ਤੁਹਾਨੂੰ ਪੁੱਛਿਆ ਜਾਂਦਾ ਵੀ ਇਹਨਾਂ ਦੀ ਫ੍ਰੀਕੁਐਂਸੀ ਬਾਰੇ ਦੱਸੋ, ਵਾਈਬ੍ਰੇਸ਼ਨਲ ਫ੍ਰੀਕੁਐਂਸੀ ਕਿਹਦੀ ਜ਼ਿਆਦਾ ਹਾਈ ਹੋਏਗੀ। ਦੇਖੋ ਇੱਥੇ ਤੁਸੀਂ ਕੀ ਯਾਦ ਰੱਖਣਾ ਹੈ, ਜਿੰਨੇ ਜ਼ਿਆਦਾ ਇੱਥੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗੇ ਹੋਏ ਨੇ ਨਾ, RCH3, ਓਕੇ, ਦੈਟ ਇਜ਼ CH3 ਗਰੁੱਪ ਲੱਗੇ ਨੇ ਡੋਨੇਟਿੰਗ ਗਰੁੱਪ। ਹੁਣ ਜਿੰਨੇ ਜ਼ਿਆਦਾ ਡੋਨੇਟਿੰਗ ਗਰੁੱਪ ਹੋਣਗੇ ਓਨੀ ਜਿਹੜੀ ਹੈਗੀ ਹੈ ਉਹਦੀ ਫ੍ਰੀਕੁਐਂਸੀ ਕੀ ਹੋਏਗੀ, ਘੱਟ ਜਾਊਗੀ। ਇਹਦੇ ਵਿੱਚ ਤਾਂ ਹੈ ਹੀ ਨਹੀਂ, ਠੀਕ ਹੈ ਨਾ, ਮਤਲਬ ਆਪਾਂ ਕਹਿ ਸਕਦੇ ਹਾਂ R ਤਾਂ ਇਹਦੇ 'ਚ ਹੈ ਹੀ ਨਹੀਂ, ਇਹਦੇ 'ਚ ਇੱਕ R ਹੈ, ਇਹਦੇ 'ਚ ਦੋ R ਨੇ, ਸੋ ਇਹਦੀ ਫ੍ਰੀਕੁਐਂਸੀ ਕੀ ਹੋਏਗੀ, ਸਭ ਤੋਂ ਘੱਟ ਹੋਊਗੀ। ਨੀਚੇ ਤੁਸੀਂ ਦੇਖ ਸਕਦੇ ਹੋ, ਅਗਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਨੇ ਤਾਂ ਉਹਦੀ ਫ੍ਰੀਕੁਐਂਸੀ ਜਿਹੜੀ ਹੈਗੀ ਹੈ ਓਨੀ ਘੱਟ ਹੋਊਗੀ। ਜਿੰਨੇ ਜ਼ਿਆਦਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਲੱਗੇ ਹੋਣਗੇ ਓਨੀ ਜ਼ਿਆਦਾ ਉਹਦੀ ਫ੍ਰੀਕੁਐਂਸੀ ਹੋਏਗੀ। ਤੁਸੀਂ ਡਾਇਰੈਕਟਲੀ ਇਹਨੂੰ ਲਰਨ ਕਰ ਸਕਦੇ ਹੋ। ਨੈਕਸਟ ਆ ਜਾਂਦਾ ਕਿ ਇਨਆਰਗੈਨਿਕ ਮੋਲੀਕਿਊਲ ਵਿੱਚ ਸ਼ੋ ਫਰਮੀ ਰੈਜ਼ੋਨੈਂਸ। ਇਹ ਤੁਸੀਂ ਵਨ ਲਾਈਨਰ ਯਾਦ ਰੱਖਣਾ ਹੈ ਕਿ ਉਹ ਕਿਹੜਾ ਮੋਲੀਕਿਊਲ ਹੈ ਜਿਹੜਾ ਫਰਮੀ ਰੈਜ਼ੋਨੈਂਸ ਨੂੰ ਸ਼ੋ ਕਰਦਾ ਹੈ, ਉਹ ਹੁੰਦਾ ਜੀ CO2, ਠੀਕ ਹੈ ਨਾ। ਫਰਮੀ ਰੈਜ਼ੋਨੈਂਸ ਨੂੰ ਕੌਣ ਸ਼ੋ ਕਰਦਾ ਹੈਗਾ, CO2। ਅੱਗੇ ਆ ਜਾਂਦਾ ਕਿ ਇੰਟਰਮੋਲੀਕੂਲਰ H ਬੌਂਡ। ਕੋਈ ਐਸੇ ਕੰਪਾਊਂਡ ਹੁੰਦੇ ਨੇ ਜਿਹਦੇ ਵਿੱਚ ਜਿਹੜਾ H ਬੌਂਡ ਹੁੰਦਾ ਉਹ ਇੰਟਰਮੋਲੀਕੂਲਰ ਹੁੰਦਾ, ਤਾਂ ਉਹ ਕਿੱਦਾਂ ਦਾ ਬੈਂਡ ਤਿਆਰ ਕਰਨਗੇ, ਉਹ ਤਿਆਰ ਕਰਨਗੇ ਦੈਟ ਇਜ਼ ਬਰੋਡ ਬੈਂਡ। ਓਕੇ, ਬਰੋਡ ਬੈਂਡ ਨੂੰ ਤਿਆਰ ਕਰਨਗੇ। ਜਿਹੜੇ ਹੁੰਦੇ ਨੇ ਇੰਟਰਾ ਹਾਈਡਰੋਜਨ ਬੌਂਡ ਬਣਾਉਂਦੇ ਨੇ, ਇੰਟਰਾ ਮੋਲੀਕੂਲਰ ਹਾਈਡਰੋਜਨ ਬੌਂਡ ਹੁੰਦੇ ਨੇ, ਜਾਂ ਐਗਜ਼ਾਮ 'ਚ ਸਿੱਧਾ ਵੀ ਪੁੱਛਿਆ ਜਾ ਸਕਦਾ ਹੈ ਵੀ ਇੰਟਰ ਮੋਲੀਕੂਲਰ ਹਾਈਡਰੋਜਨ ਬੌਂਡ ਕਿਹੜਾ ਬੈਂਡ ਤਿਆਰ ਕਰਦੇ ਨੇ, ਬਰੋਡ। ਓਕੇ, ਇੰਟਰਾ ਜਿਹੜੇ ਹੁੰਦੇ ਨੇ ਉਹ ਸ਼ਾਰਪ ਬੈਂਡ ਜਿਹੜਾ ਤਿਆਰ ਕਰਦੇ ਨੇ, ਤੁਸੀਂ ਨੋਟ ਕਰ ਲਿਓ ਇਹਨੂੰ।
ਨੈਕਸਟ ਗੱਲ ਕਰਦੇ ਆ ਰੇਂਜ ਦੀ। ਜਿਹੜੇ ਫੰਕਸ਼ਨਲ ਗਰੁੱਪ ਰੀਜਨ ਹੁੰਦੇ ਨੇ ਉਹਨਾਂ ਦੀ ਇਹ ਰੇਂਜਸ ਕਿਹਦੀਆਂ ਨੇ, ਫ੍ਰੀਕੁਐਂਸੀ ਦੀਆਂ, ਯਾਦ ਰੱਖ ਲਿਓ। ਐਸੇ ਤੁਹਾਡੇ ਕੋਲ ਕੰਪਾਊਂਡਸ ਨੇ ਜਿਨ੍ਹਾਂ ਦੇ ਪਿੱਛੇ ਕੀ ਲੱਗੇ ਨੇ, ਫੰਕਸ਼ਨਲ ਗਰੁੱਪ ਨੇ। ਦੇਖੋ ਕੋਈ ਵੀ ਫੰਕਸ਼ਨਲ ਗਰੁੱਪ ਹੋਵੇ, ਠੀਕ ਹੈ ਨਾ, ਕੋਈ ਵੀ ਕੰਪਾਊਂਡ ਹੈ, ਕੋਈ ਵੀ ਫੰਕਸ਼ਨਲ ਗਰੁੱਪ ਹੋਵੇ, ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਰੇਂਜ ਰਹੂਗੀ ਇਹਦੇ ਵਿੱਚ ਰਹੂਗੀ। ਓਕੇ, ਦੈਟ ਇਜ਼ 4000 ਪਰ ਸੈਂਟੀਮੀਟਰ ਤੋਂ ਲੈ ਕੇ 1300 ਸੈਂਟੀਮੀਟਰ ਤੱਕ ਦੀ ਰੇਂਜ ਦੇ ਵਿੱਚ ਰਹਿਣਗੇ। ਤੇ ਜੇਕਰ ਤੁਸੀਂ ਮਿਊ ਦੇ ਵਿੱਚ ਕੱਢਣਾ ਚਾਹੁੰਦੇ ਹੋ ਉਹ ਵੀ ਕੱਢ ਸਕਦੇ ਹੋ, ਦੈਟ ਇਜ਼ 2.5 ਮਿਊ ਤੋਂ ਲੈ ਕੇ 0.7 ਮਿਊ ਤੱਕ। ਓਕੇ, ਨੈਕਸਟ ਹੈਗਾ ਰੇਂਜ ਆਫ ਫਿੰਗਰਪ੍ਰਿੰਟ ਰੀਜਨ। ਠੀਕ ਹੈ ਨਾ, ਜਿਹੜਾ ਫਿੰਗਰਪ੍ਰਿੰਟ ਰੀਜਨ ਹੁੰਦਾ ਹੈ ਉਹਦੀ ਰੇਂਜ ਪੁੱਛੀ ਇਹਨਾਂ ਨੇ, ਦੈਟ ਇਜ਼ ਇਕੁਅਲ ਟੂ 1300 ਟੂ 667 ਜਿਹੜੇ ਨੇ ਪਰ ਸੈਂਟੀਮੀਟਰ ਤੋਂ ਲੈ ਕੇ 7 ਮਿਊ ਤੋਂ ਲੈ ਕੇ 15 ਮਿਊ ਤੱਕ। ਨੈਕਸਟ ਆ ਜਾਂਦਾ ਕਾਰਬੋਨਿਲ। ਦੇਖੋ ਇਹ ਜਿਹੜਾ ਮੈਨੇ ਤੁਹਾਨੂੰ ਦਿਖਾਏ ਨੇ ਇਹਦੇ ਵਿੱਚ ਸਾਰੇ ਕਿਤੇ ਕਾਰਬੋਨਿਲ ਲੱਗਿਆ ਹੋਇਆ, ਦੈਟ ਇਜ਼ CO ਤੁਸੀਂ ਦੇਖ ਸਕਦੇ ਹੋ। ਹੁਣ ਕਾਰਬੋਨਿਲ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਫ੍ਰੀਕੁਐਂਸੀ ਪੁੱਛਿਆ ਵੀ ਕਿਹਦੀ ਸਭ ਤੋਂ ਜ਼ਿਆਦਾ ਹੋਏਗੀ। ਦੇਖੋ ਇਹ ਤੁਹਾਨੂੰ ਲਰਨ ਕਰਨਾ ਪਊਗਾ। ਓਕੇ, ਇਹਨੂੰ ਐਜ਼ ਇਟ ਇਜ਼ ਲਰਨ ਕਰੋ। ਇਹਦੇ ਵਿੱਚ ਵੀ ਕਾਰਬੋਨਿਲ ਲੱਗਿਆ, ਇਹਦੇ ਵਿੱਚ ਵੀ ਕਾਰਬੋਨਿਲ ਲੱਗਿਆ। ਇਹਦੇ ਗੱਲ ਕਰੀਏ ਕੀ ਹੈ, ਦੈਟ ਇਜ਼ ਐਸੀਟਾਈਲ ਕਲੋਰਾਈਡ। ਇਹ ਕੀ ਹੈ, ਐਲਡੀਹਾਈਡ। ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਐਸੀਟਾਈਲ ਕਲੋਰਾਈਡ ਦੀ ਹੁੰਦੀ ਆ। ਨੈਕਸਟ ਤੇ ਆਉਂਦਾ ਐਲਡੀਹਾਈਡ, ਫਿਰ ਆਉਂਦਾ ਕੀਟੋਨ, ਫਿਰ ਆਉਂਦਾ ਐਸੀਟਿਕ ਐਸਿਡ, ਲਾਸਟ ਤੇ ਆਉਂਦਾ ਐਮਾਈਡ। ਇਹ ਸਾਰਿਆਂ ਦੇ ਵਿੱਚ ਕੀ ਹੈ, CO ਗਰੁੱਪ ਲੱਗਿਆ ਹੋਇਆ ਜਿਸ ਨੂੰ ਅਸੀਂ ਕੀ ਕਹਿੰਦੇ ਆ, ਕਾਰਬੋਨਿਲ ਕਹਿੰਦੇ ਆ। ਸਮਝ ਆ ਗਈ ਜੀ। ਨੈਕਸਟ ਤੁਸੀਂ ਦੇਖ ਸਕਦੇ ਹੋ ਇੱਕ ਕੁਐਸਚਨ ਹੋਰ ਬਣਦਾ ਇੱਥੇ। ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਸਭ ਤੋਂ ਜ਼ਿਆਦਾ ਜਿਹੜੀ ਫ੍ਰੀਕੁਐਂਸੀ ਹੈ ਉਹ ਕਿਹਦੀ ਹੋਊਗੀ। ਤੁਸੀਂ ਮਾਸ ਦੇਖ ਲਓ, ਮਾਸ ਕਿਹਦਾ ਜ਼ਿਆਦਾ ਤੁਹਾਨੂੰ ਦਿਖਾਈ ਦੇ ਰਿਹਾ, ਉਸੇ ਦੀ ਜਿਹੜੀ ਹੈਗੀ ਹੈ ਫ੍ਰੀਕੁਐਂਸੀ ਕੀ ਹੋਏਗੀ, ਜ਼ਿਆਦਾ ਹੋਏਗੀ। ਮੈਨੂੰ ਤਾਂ ਐਵੇਂ ਲੱਗ ਰਿਹਾ ਕਿ ਮਾਸਿਸ ਅਗਰ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਤੁਹਾਨੂੰ ਮਾਸ ਜਿਹਦਾ ਜ਼ਿਆਦਾ ਹੋਊਗਾ, ਸੌਰੀ, ਉਹਦੀ ਫ੍ਰੀਕੁਐਂਸੀ ਘੱਟ ਹੋਏਗੀ। ਓਕੇ, ਜਿਹਦਾ ਮਾਸ ਜ਼ਿਆਦਾ ਉਹਦੀ ਫ੍ਰੀਕੁਐਂਸੀ ਕੀ ਹੋਏਗੀ, ਘੱਟ ਹੋਏਗੀ। ਇਹਦਾ ਕੀ ਹੈ, ਮਾਸ ਘੱਟ ਹੈ, ਠੀਕ ਹੈ ਨਾ, ਤਾਂ ਇਹਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੋਏਗੀ। ਠੀਕ ਹੈ ਨਾ, ਤੇ ਇਹਦਾ ਉਸ ਤੋਂ ਕੀ ਹੈਗਾ, ਥੋੜਾ ਜਿਹਾ ਘੱਟ ਹੈ, ਤਾਂ ਇਹਦੀ ਫ੍ਰੀਕੁਐਂਸੀ ਸੈਕਿੰਡ ਨੰਬਰ ਤੇ ਆਊਗੀ। ਇਹਦਾ ਜਿਹੜਾ ਮਾਸ ਹੈਗਾ, ਓਕੇ, ਇਹਦਾ ਸਭ ਤੋਂ ਜ਼ਿਆਦਾ ਮਾਸ ਹੋਏਗਾ। ਸੋ ਇਸ ਕਰਕੇ ਇਹਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਕੀ ਆਊਗੀ, ਸਭ ਤੋਂ ਜ਼ਿਆਦਾ ਘੱਟ ਆਊਗੀ। ਸੋ ਨੈਕਸਟ ਤੁਸੀਂ ਦੇਖ ਸਕਦੇ ਹੋ ਮਾਸ ਗੋਜ਼ ਔਨ ਇਨਕਰੀਜ਼ਿੰਗ। ਮਾਸ ਜਿਹੜਾ ਹੈ ਇਨਕਰੀਜ਼ ਹੋ ਰਿਹਾ ਤੇ ਉਹਦੇ ਨਾਲ ਕੀ ਹੋਊਗਾ, ਫ੍ਰੀਕੁਐਂਸੀ ਦੇ ਵਿੱਚ ਕੀ ਹੋਊਗਾ, ਫ੍ਰੀਕੁਐਂਸੀ ਘਟੂਗੀ। ਤਾਂ ਸਭ ਤੋਂ ਜ਼ਿਆਦਾ ਇਹਦੀ ਫ੍ਰੀਕੁਐਂਸੀ ਹੈ, ਦੈਨ ਇਹਦੀ ਹੈ, ਦੈਨ ਇਹਦੀ ਹੈ। ਮਾਸ ਦੇ ਅਕੋਰਡਿੰਗ ਦੇਖੋ ਉੱਥੇ ਤੁਹਾਨੂੰ ਆਰਡਰ ਪੁੱਛਿਆ ਜਾ ਸਕਦਾ, ਸੋ ਇਹ ਇੰਪੋਰਟੈਂਟ ਬਣ ਜਾਂਦਾ, ਇਸ ਕਰਕੇ ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ। ਨੈਕਸਟ ਕੁਐਸਚਨ ਹੈ ਵਨ ਲਾਈਨਰ ਹੈ ਕਿ ਸੋਰਸ ਕਿਹੜਾ ਯੂਜ਼ ਕੀਤਾ ਜਾਂਦਾ IR ਸਪੈਕਟ੍ਰੋਸਕੋਪੀ ਦੇ ਵਿੱਚ। ਕਿਹੜੇ ਸੋਰਸ ਨੂੰ ਯੂਜ਼ ਕੀਤਾ ਜਾਂਦਾ ਹੈ, ਵਨ ਵਰਡ ਦੇ ਵਿੱਚ ਯਾਦ ਰੱਖ ਲਿਓ, ਦੈਟ ਇਜ਼ ਨਰਸਟ ਗਲੋਬਰ। ਕਿਹੜਾ ਯੂਜ਼ ਕੀਤਾ ਜਾਂਦਾ ਹੈ, ਨਰਸਟ ਗਲੋਬਰ। ਅਗਲਾ ਦੇਖੋ ਜੀ, ਬਹੁਤ ਇੰਟਰਸਟਿੰਗ ਕੁਐਸਚਨ ਹੈ, ਦੇਖਣ 'ਚ ਬੜਾ ਡੇਂਜਰਸ ਲੱਗ ਰਿਹਾ ਬਟ ਇਟਸ ਟੂ ਈਜ਼ੀ। ਇਹਦੇ ਵਿੱਚ ਪੁੱਛਿਆ ਕਿ ਹਾਈਐਸਟ ਫ੍ਰੀਕੁਐਂਸੀ ਦੱਸੋ ਕਿਹਦੀ ਹੈ। ਠੀਕ ਹੈ ਨਾ, ਇਹਨਾਂ ਦੇ ਵਿੱਚੋਂ ਤੁਸੀਂ ਹਾਈਐਸਟ ਫ੍ਰੀਕੁਐਂਸੀ ਦੱਸਣੀ ਵੀ ਕਿਹਦੀ ਹੈ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਦੀ ਹਾਂ, ਜੇਕਰ ਤੁਹਾਡੇ ਕੋਲ ਐਵੇਂ ਕੋਈ ਕਲੋਜ਼ਡ ਰਿੰਗ ਵਗੈਰਾ ਆਉਂਦੀ ਆ ਨਾ, ਤਾਂ ਤੁਸੀਂ ਇਹ ਦੇਖਣਾ ਵੀ ਉਹਦੇ ਬਾਹਰ ਜਿਹੜੇ ਨੇ ਬੌਂਡ ਹੈਗੇ ਨੇ ਜਾਂ ਨਾ। ਮੈਨੂੰ ਐਵੇਂ ਲੱਗ ਰਿਹਾ ਵੀ ਯੈਸ, ਆਪਸ਼ਨਸ ਦੇ ਵਿੱਚ ਬਾਹਰ ਬੌਂਡ ਹੈਗੇ ਨੇ। ਠੀਕ ਹੈ ਨਾ, ਦੇਖੋ ਇਹਦੇ ਵਿੱਚ ਬਾਹਰ ਬੌਂਡ ਪਿਆ, ਇਹਦੇ 'ਚ ਵੀ ਬਾਹਰ ਬੌਂਡ ਪਿਆ। ਦੇਖੋ ਜੀ, ਜੇਕਰ ਬਾਹਰ ਬੌਂਡ ਹੁੰਦੇ ਨੇ, ਬਾਹਰ ਬੌਂਡ ਹੁੰਦੇ ਨੇ ਤਾਂ ਉਹ ਡਾਇਗਰਾਮ ਲੱਭੋ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਮਤਲਬ ਲਾਰਜ ਦਿਖਾਈ ਦੇ ਰਹੀ ਆ, ਵੱਡੀ ਦਿਖਾਈ ਦੇ ਰਹੀ ਆ, ਉਸੇ ਦੀ ਫ੍ਰੀਕੁਐਂਸੀ ਕੀ ਹੁੰਦੀ ਹੈ, ਹਾਈਐਸਟ ਹੁੰਦੀ ਹੈ। ਤਾਂ ਇੱਥੇ ਕਿਹਦੀ ਫ੍ਰੀਕੁਐਂਸੀ ਹਾਈਐਸਟ ਆ ਜਾਏਗੀ, ਦੈਟ ਇਜ਼ ਲਾਸਟ ਆਪਸ਼ਨ, ਦੈਟ ਇਜ਼ C। ਓਕੇ, ਹੁਣ ਅਗਲਾ ਦੇਖੋ, ਦੈਟ ਇਜ਼ ਹਾਈਐਸਟ ਫ੍ਰੀਕੁਐਂਸੀ। ਹੁਣ ਇਹਦੇ ਵਿੱਚ ਦੇਖਣਾ ਹੈ, ਹੁਣ ਇਹਦੇ ਵਿੱਚ ਕਿਵੇਂ ਦੇਖਾਂਗੇ, ਦੇਖੋ ਇਹਦੇ ਵਿੱਚ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਬਾਹਰਲੀ ਸਾਈਡ ਕੋਈ ਬੌਂਡ ਹੈ। ਓਕੇ, ਸੋ ਆਪਾਂ ਕੀ ਕਰਾਂਗੇ, ਇਹਦੇ ਵਿੱਚ ਕੀ ਦੇਖਣਾ, ਜਦੋਂ ਬਾਹਰ ਬੌਂਡ ਨਹੀਂ ਹੁੰਦਾ ਤਾਂ ਤੁਸੀਂ ਸਮਾਲਰ ਰਿੰਗ ਦੇਖ ਲੈਣੀ ਆ। ਠੀਕ ਹੈ ਨਾ, ਸੋ ਸਮਾਲਰ ਦਾ ਰਿੰਗ ਗ੍ਰੇਟਰ ਇਜ਼ ਦੀ ਫ੍ਰੀਕੁਐਂਸੀ, ਤਾਂ ਇਹਦੀ ਫ੍ਰੀਕੁਐਂਸੀ ਕੀ ਆ ਜਾਊਗੀ, ਸਭ ਤੋਂ ਜ਼ਿਆਦਾ ਹਾਈਐਸਟ ਆ ਜੂ। ਇਹੀ ਇੱਕ ਟ੍ਰਿਕ ਹੈ ਇਹਨੂੰ ਲਰਨ ਕਰਨ ਦਾ, ਅਦਰਵਾਈਜ਼ ਕੈਲਕੂਲੇਟ ਕਰਨਾ ਜਿਹੜਾ ਹੈ ਟੂ ਟਫ। ਓਕੇ, ਇਹਨੂੰ ਇੱਦਾਂ ਹੀ ਲਰਨ ਕਰੋ ਫॉर योर एग्जाम। ਨੈਕਸਟ ਤੁਸੀਂ ਦੇਖ ਸਕਦੇ ਹੋ ਹਾਈਐਸਟ ਫ੍ਰੀਕੁਐਂਸੀ ਫॉर ਦਿਸ। ਅਗੇਨ ਤੁਸੀਂ ਦੇਖੋ ਬੌਂਡਸ ਜਿਹੜੇ ਨੇ ਤੁਹਾਨੂੰ ਬਾਹਰਲੀ ਸਾਈਡ ਦਿਖਾਈ ਦੇ ਰਹੇ ਨੇ, ਤਾਂ ਮੈਂ ਕਿਹਾ ਸੀ ਨਾ ਵੀ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਕਾਰਬਨ ਦਿਖ ਰਹੇ ਨੇ ਜਾਂ ਸਭ ਤੋਂ ਜ਼ਿਆਦਾ ਵੱਡੀ ਰਿੰਗ ਦਿਖ ਰਹੀ ਹੈ ਤਾਂ ਉਹ ਉਹਦਾ ਆਨਸਰ ਹੋਏਗਾ। ਸੋ ਸਮਝ ਗਏ ਹੋਣਗੇ ਵੀ ਇਹਦਾ ਆਨਸਰ ਕੀ ਹੈ, ਦੈਟ ਇਜ਼ ਦਾ ਕਰੈਕਟ ਆਨਸਰ। ਇਹ ਦਾ ਕਰੈਕਟ ਆਨਸਰ ਹੈ। ਇੱਕ ਸੈਕਿੰਡ ਦੇ ਵਿੱਚ ਤੁਸੀਂ ਉੱਥੇ ਟਿਕ ਲਗਾ ਸਕਦੇ ਹੋ ਅਗਰ ਐਵੇਂ ਦਾ ਕੁਐਸਚਨ ਆਉਂਦਾ ਤਾਂ। ਨੈਕਸਟ ਹੁਣੀ ਅਸੀਂ ਪੜ੍ਹਿਆ ਸੀ ਵੀ ਕਿਹੜਾ ਸੋਰਸ ਯੂਜ਼ ਕੀਤਾ ਜਾਂਦਾ ਵਾਈਬ੍ਰੇਸ਼ਨਲ ਸਪੈਕਟ੍ਰੋਸਕੋਪੀ ਦੇ ਵਿੱਚ। ਉਹ ਜਿਹੜਾ ਨਰਸਟ ਗਲੋਬਰ ਯੂਜ਼ ਕੀਤਾ ਜਾਂਦਾ ਨਾ, ਉਹ ਬਣਦਾ ਕਿਹਦੇ ਨਾਲ, ਐਕਚੁਅਲੀ ਦੀ ਕੰਪੋਜੀਸ਼ਨ ਕੀ ਹੈ, ਤਾਂ ਤੁਸੀਂ ਇਹ ਵੀ ਯਾਦ ਰੱਖ ਲੈਣਾ, ਦੈਟ ਇਜ਼ ਸਿਲੀਕਨ ਕਾਰਬਾਈਡ। ਸਿਲੀਕਨ ਕਾਰਬਾਈਡ ਤੋਂ ਬਣਦਾ ਹੈ। ਨੈਕਸਟ ਆ ਜਾਂਦਾ ਕੁਐਸਚਨ ਕਰੈਕਟ ਆਰਡਰ ਆਫ ਫ੍ਰੀਕੁਐਂਸੀ। ਇਹਦੇ ਵਿੱਚ ਦੇਖੋ ਤੁਹਾਨੂੰ
ਕੁਛ ਮੀਨਸ ਫੰਕਸ਼ਨਲ ਗਰੁੱਪ ਦੇ ਤੇ ਵਿੱਚ ਹੀ ਹਾਈਡਰੋਕਾਰਬਨ ਦੇ ਤੇ ਕਰੈਕਟ ਆਰਡਰ ਤੁਸੀਂ ਯਾਦ ਰੱਖਣਾ ਕਿ ਸਭ ਤੋਂ ਜ਼ਿਆਦਾ ਜਿਹੜੀ ਫ੍ਰੀਕੁਐਂਸੀ ਹੁੰਦੀ ਆ ਉਹ ਅਲਕੋਹਲ ਦੀ ਹੁੰਦੀ ਆ, ਉਸ ਤੋਂ ਬਾਅਦ ਐਲਕਾਈਨ ਦੀ, ਨੈਕਸਟ ਆ ਜਾਂਦਾ ਕੀਟੋਨ ਦੀ, ਤੇ ਉਸ ਤੋਂ ਬਾਅਦ ਆ ਜਾਂਦਾ ਐਲਕੇਨ ਦੀ। ਇਹ ਆਰਡਰ ਜਿਹੜਾ ਤੁਸੀਂ ਲਰਨ ਕਰਨਾ। ਸਭ ਤੋਂ ਜ਼ਿਆਦਾ ਹੁੰਦੀ ਹੈ ਅਲਕੋਹਲ ਦੀ, ਉਸ ਤੋਂ ਬਾਅਦ ਆ ਜਾਂਦੇ ਕੁਝ ਆਪਣੇ ਕੋਲੇ ਕੰਪਾਊਂਡਸ ਹੁੰਦੇ ਨੇ ਨਾ ਜਿਹੜੇ ਸਿਸ ਵਗੈਰਾ ਹੁੰਦੇ ਨੇ ਜਾਂ ਟਰਾਂਸ ਹੁੰਦੇ ਨੇ। ਤਾਂ ਜਿਹੜੇ ਸਿਸ ਕੰਪਾਊਂਡਸ ਹੁੰਦੇ ਨੇ ਉਹ ਯਾਦ ਰੱਖਣਾ ਉਹ IR ਐਕਟਿਵ ਹੁੰਦੇ ਨੇ। ਟਰਾਂਸ ਦੇ ਵਿੱਚ ਕੀ ਹੁੰਦਾ, ਓਪੋਜ਼ਿਟ ਜਿਹੜੇ ਹੁੰਦੇ ਨੇ ਓਪੋਜ਼ਿਟ ਲੱਗ ਜਾਂਦੇ ਨੇ ਲੀਗੈਂਡਸ ਹੈ ਨਾ, ਤਾਂ ਉਹ ਇੱਕ ਦੂਸਰੇ ਦਾ ਇਫੈਕਟ ਕੈਂਸਲ ਕਰ ਰਹੇ ਹੁੰਦੇ ਨੇ। ਸੋ ਦੈਟਸ ਵਾਈ ਉਹਦੇ ਵਿੱਚ ਕੀ ਹੁੰਦਾ, ਡਾਈਪੋਲ 0 ਹੋ ਜਾਂਦਾ। ਸੋ IR ਇਨਐਕਟਿਵ ਹੁੰਦੇ ਨੇ, ਯਾਦ ਰੱਖਣਾ। ਆਹ ਕੁਐਸਚਨ ਹੈ ਜੀ ਮੇਨ ਜਿਹੜਾ ਅੱਜ ਦਾ ਆਪਣਾ ਰਹੂਗਾ, ਦੈਟ ਇਜ਼ ਕੁਐਸਚਨ ਆਫ ਦਾ ਡੇ, ਦੈਟ ਇਜ਼ ਦਾ ਪੋਸੀਬਲ ਨੰਬਰ ਆਫ ਵਾਈਬ੍ਰੇਸ਼ਨਲ ਬੈਂਡਸ ਫॉर CO2। ਹੁਣ ਤੁਸੀਂ ਕੀ ਯਾਦ ਰੱਖਣਾ ਹੈ, ਇਹ ਕੁਐਸਚਨ ਦੇਖੋ ਨੈਕਸਟ ਕੁਐਸਚਨ ਜਿਹੜਾ ਉਹ ਮਾਸਟਰ ਕੈਡਰ 'ਚ ਆਇਆ ਹੈ, ਪਹਿਲਾਂ ਇਹਨੂੰ ਸਿੱਖੋ। ਦੇਖੋ ਤੁਹਾਨੂੰ ਵਾਈਬ੍ਰੇਸ਼ਨਲ ਬੈਂਡਸ ਵੀ ਕਹਿ ਸਕਦਾ, ਐਗਜ਼ਾਮ ਦੇ ਵਿੱਚ ਤੁਹਾਨੂੰ ਵਾਈਬ੍ਰੇਸ਼ਨਲ ਬੈਂਡਸ ਵੀ ਕਹਿ ਸਕਦਾ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਉਹ ਤੁਹਾਨੂੰ ਇਹਦੀ ਜਗ੍ਹਾ ਤੇ ਲਿਖ ਸਕਦਾ ਹੈ IR ਬੈਂਡਸ, ਇੱਕੋ ਹੀ ਗੱਲ ਹੈ। ਓਕੇ, ਉੱਥੇ ਕਨਫਿਊਜ਼ ਨਹੀਂ ਹੋਣਾ ਕਿ IR ਬੈਂਡਸ ਇਸ ਤਾਂ ਵਾਈਬ੍ਰੇਸ਼ਨਲ ਪੜ੍ਹੇ ਸੀ, ਸੋ ਕਨਫਿਊਜ਼ ਨਹੀਂ ਹੋਣਾ, ਵਾਈਬ੍ਰੇਸ਼ਨਲ ਬੈਂਡਸ IR ਬੈਂਡਸ ਇੱਕੋ ਹੀ ਆ। ਹੁਣ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਮੀਨਸ ਜੋ ਲਾਸਟ ਵੀਡੀਓ ਸੀ ਉਹਦੇ ਵਿੱਚ ਦੱਸਿਆ ਸੀਗਾ ਤੁਹਾਨੂੰ ਨੰਬਰ ਆਫ ਵਾਈਬ੍ਰੇਸ਼ਨਲ ਮੋਡਸ, ਤੁਹਾਨੂੰ ਇੱਥੇ ਵਰਡ ਮੋਡਸ ਵੀ ਕਹਿ ਸਕਦਾ। ਇਹ ਸਾਰੇ ਜਿਹੜੇ ਨੇ ਥਿੰਗਸ ਇੱਕੋ ਹੀ ਨੇ, ਡੋਂਟ ਕਨਫਿਊਜ਼। ਓਕੇ, ਤਾਂ ਇਹਨਾਂ ਨੇ ਵਾਈਬ੍ਰੇਸ਼ਨਲ ਬੈਂਡਸ ਕੱਢਣ ਨੂੰ ਕਿਹਾ ਤੁਹਾਨੂੰ CO2 ਦੇ। ਪਹਿਲੀ ਗੱਲ ਦੇਖੋ CO2 ਦੀ ਡਾਇਗਰਾਮ ਐਵੇਂ ਹੁੰਦੀ ਹੈ ਨਾ, ਡਾਇਗਰਾਮ ਲਾਈਕ ਦਿਸ। ਓਕੇ, ਸੋ ਇਹਦੇ ਵਿੱਚ ਕੀ ਹੁੰਦਾ ਹੈ, ਦੈਟ ਇਜ਼ ਜੋ CO2 ਹੈ ਨੋਟ ਲੀਨੀਅਰ। ਜੇਕਰ ਇਹ ਲੀਨੀਅਰ ਨਹੀਂ ਹੈ ਤਾਂ ਇਹਦੇ ਜਿਹੜੇ ਪੋਸੀਬਲ ਨੰਬਰ ਆਫ ਵਾਈਬ੍ਰੇਸ਼ਨਲ ਬੈਂਡਸ ਕੱਢਣ ਦਾ ਫਾਰਮੂਲਾ ਕੀ ਹੈ, 3n-5। ਅਗਰ ਲੀਨੀਅਰ ਹੁੰਦਾ ਤਾਂ ਫਿਰ ਕੀ ਫਾਰਮੂਲਾ ਹੋਣਾ ਸੀ, 3n-6। ਵੈਰੀ ਈਜ਼ੀ, ਤੁਸੀਂ ਫਾਰਮੂਲਾ ਯਾਦ ਕਰਨਾ ਪੈਣਾ ਤੁਹਾਨੂੰ। ਜੇ ਐਗਜ਼ਾਮ 'ਚ ਤੁਹਾਨੂੰ ਇਹ ਫਾਰਮੂਲਾ ਨਹੀਂ ਲਰਨ, ਫਿਰ ਤੁਸੀਂ ਵਾਈਬ੍ਰੇਸ਼ਨਲ ਬੈਂਡਸ ਨਹੀਂ ਕੱਢ ਸਕਦੇ। ਸੋ ਫਾਰਮੂਲਾ ਪੁੱਟ ਕਰ ਦਿਓ, ਤੇ n ਕਿੰਨਾ, n ਹੁੰਦਾ ਦੇਖੋ ਕਿੰਨੇ ਐਟਮਸ ਨੇ, n ਇੱਥੇ ਹੈਗਾ 3। ਓਕੇ, ਇੱਕ ਕਾਰਬਨ ਹੈ ਤੇ 2 ਆਕਸੀਜਨ ਹੈ, ਪੁੱਟ ਕਰ ਦਿਓ ਵੈਲਿਊ ਤੇ ਕੈਲਕੂਲੇਟ ਕਰ ਲਓ। ਆਹ ਕੁਐਸਚਨ ਜਿਹੜਾ ਸੀ ਮਾਸਟਰ ਕੈਡਰ ਦੇ ਵਿੱਚ ਆਇਆ ਹੋਇਆ ਸੀ। ਦੇਖੋ ਹੁਣ ਤੁਹਾਨੂੰ ਇਹ ਕੁਐਸਚਨ ਬਿਲਕੁਲ ਆ ਜਾਣਾ ਚਾਹੀਦਾ ਹੈ। ਇਹਨਾਂ ਨੇ ਪੁੱਛਿਆ ਕਿ IR ਸਪੈਕਟਰਮ ਆਫ ਵਾਟਰ ਇਜ਼ ਐਕਸਪੈਕਟਡ ਟੂ ਸ਼ੋ, ਕਿੰਨੇ ਬੈਂਡਸ ਨੂੰ ਸ਼ੋ ਕਰੇਗਾ, 3 ਬੈਂਡਸ ਨੂੰ, 1 ਜਾਂ 2 ਜਾਂ 4। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਆਈਡੀਆ ਹੋਣਾ ਚਾਹੀਦਾ ਕਿ ਜਿਹੜੀ ਵਾਟਰ ਹੈ, ਵਾਟਰ ਦਾ ਜਿਹੜਾ ਮੋਲੀਕਿਊਲ ਹੈ, ਸਭ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੀ ਨਹੀਂ ਹੁੰਦਾ, ਲੀਨੀਅਰ। ਜੇਕਰ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਵੀ ਲੀਨੀਅਰ ਨਹੀਂ ਹੁੰਦਾ, ਫਿਰ ਤੁਸੀਂ ਫਾਰਮੂਲੇ 'ਚ ਕਨਫਿਊਜ਼ ਹੋ ਜਾਓਗੇ ਨਾ ਵੀ ਕਿਹੜਾ ਲੱਗੂਗਾ। ਸੋ ਲੀਨੀਅਰ ਨਹੀਂ ਹੈਗਾ ਤਾਂ ਕਿਹੜਾ ਫਾਰਮੂਲਾ ਲਗਾਓਗੇ, 3n-6। ਓਕੇ, ਤੇ ਕਿਹੜਾ ਫਾਰਮੂਲਾ ਲੱਗ ਜੂਗਾ, 3n-6 ਫਾਰਮੂਲਾ ਲੱਗ ਜੂਗਾ। ਦੈਟ ਇਜ਼ ਕੀ ਆ ਜੂਗਾ ਫਾਰਮੂਲੇ ਤੋਂ ਬਾਅਦ, 3n-6, ਦੈਟ ਇਜ਼ 3 ਦਾ 9, 9 - 6 ਕਿੰਨਾ ਆ ਜੂਗਾ, ਦੈਟ ਇਜ਼ 3। ਸੋ ਇਹਦਾ ਆਂਸਰ ਕੀ ਆ ਜੂਗਾ, 3। ਓਕੇ, ਸੋ ਨੈਕਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਇਹਦੇ ਜਿਹੜੇ ਹੈਗੇ ਨੇ, ਤੁਸੀਂ ਵਾਈਬ੍ਰੇਸ਼ਨਲ ਮੋਡਸ ਕੱਢਣੇ ਨੇ HCl ਦੇ ਤੇ CCl4 ਦੇ। ਓਕੇ, ਇਹਦਾ ਤੁਹਾਡਾ ਹੋਮਵਰਕ ਹੈ, ਤੁਸੀਂ ਹੁਣੇ ਕੰਪਲੀਟ ਕਰਨੇ ਨੇ। ਇੱਕ ਡਾਊਟ ਹੋ ਗਿਆ, ਇੱਕ ਮਿੰਟ, ਜਿਹੜਾ ਆਹ ਕੁਐਸਚਨ ਹੈ ਨਾ CO2 ਵਾਲਾ, ਇੱਥੇ ਨਾ ਇਹਦੀ ਲੀਨੀਅਰ ਹੁੰਦੀ ਹੈ, ਸੌਰੀ ਫॉर दैट। ਓਕੇ, ਲੀਨੀਅਰ ਹੁੰਦੀ ਹੈ ਇਹਦੀ ਡਾਇਗਰਾਮ। ਓਕੇ, ਮੈਨੂੰ ਥੋੜਾ ਡਾਊਟ ਹੋ ਗਿਆ ਸੀਗਾ, ਇਹਦੇ ਵਿੱਚ ਨਾ ਲੀਨੀਅਰ ਹੁੰਦੀ ਹੈ। ਸੋ ਲੀਨੀਅਰ ਕਰਕੇ ਤੁਸੀਂ ਕਿਹੜਾ ਫਾਰਮੂਲਾ ਲਗਾਓਗੇ, 3n-5 ਹੀ ਲੱਗੇਗਾ। ਓਕੇ, ਆਪਾਂ ਡਾਇਗਰਾਮ ਐਵੇਂ ਬਣਾਉਂਦੇ ਹੁੰਦੇ ਹਾਂ ਨਾ CO2 ਦੀ। ਸੋ H2O ਦੀ ਲੀਨੀਅਰ ਨਹੀਂ ਹੁੰਦੀ, ਉਹਦੇ ਵਿੱਚ ਤੁਸੀਂ ਲਾਓਗੇ 3n-6, ਇਹਦੇ ਵਿੱਚ ਤੁਸੀਂ ਲਾਓਗੇ 3n-5। ਪਲੀਜ਼ ਕਰੈਕਟ ਇਟ। ਓਕੇ, ਕਰੈਕਟ ਕਰ ਲਿਓ, ਸੌਰੀ ਫॉर दैट। ਨੈਕਸਟ ਤੁਸੀਂ ਆਹ ਮੈਨੂੰ ਇਹਦੇ ਵਾਈਬ੍ਰੇਸ਼ਨਲ ਜਿਹੜੇ ਮੋਡਸ ਨੇ ਕੱਢ ਕੇ ਭੇਜਣੇ ਨੇ, ਵੀ HCl ਦਾ ਮੈਮ ਆਂਸਰ ਇੰਨਾ ਤੇ CCl4 ਦਾ ਆਂਸਰ ਇੰਨਾ। ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਫਿਰ ਓਬਵੀਅਸਲੀ ਲਾਈਕ ਕਰ ਦਿਓ, ਠੀਕ ਹੈ ਨਾ। ਸੈਕਿੰਡ ਥਿੰਗ, ਕਮੈਂਟ ਜ਼ਰੂਰ ਕਰਿਆ ਕਰੋ ਵੀ ਹਾਂਜੀ ਮੈਮ ਸਮਝ ਆ ਗਿਆ, ਵਧੀਆ ਸਮਝ ਆ ਗਿਆ, ਜਾਂ ਜਿੱਦਾਂ ਵੀ, ਜਾਂ ਨਹੀਂ ਵੀ ਸਮਝ ਆਇਆ ਤਾਂ ਵੀ ਦੱਸੋ, ਠੀਕ ਹੈ। ਤੇ ਫਿਰ ਤੁਸੀਂ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਓ, ਠੀਕ ਹੈ। ਨੋਟੀਫਿਕੇਸ਼ਨ ਜਿਹੜੀ ਹੈ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੂਗੀ। ਤੇ ਉਸ ਤੋਂ ਬਾਅਦ ਸ਼ੇਅਰ ਵੀ ਕਰ ਦਿਓ, ਠੀਕ ਹੈ, ਆਪਣੇ ਫਰੈਂਡਸ ਨਾਲ, ਜੋ ਵੀ BSc MSc ਜੋ ਵੀ ਤੁਹਾਡੇ ਨੀਅਰ ਡੀਅਰਸ ਹੈਗੇ ਨੇ, ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਹੈ ਨਾ। ਤੇ ਬਾਕੀ ਆਹ ਹੋਮਵਰਕ ਕਰ ਲਿਓ ਤੇ ਕਮੈਂਟ ਬਾਕਸ ਦੇ ਵਿੱਚ ਇਹਦੇ ਆਂਸਰ ਮੈਨੂੰ ਭੇਜ ਦਿਓ ਤੇ ਮੈਂ ਰਿਪਲਾਈ ਕਰ ਦਾਂਗੀ ਕਰੈਕਟ ਔਰ ਇਨਕਰੈਕਟ ਦਾ। ਓਕੇ ਜੀ, ਠੀਕ ਹੈ ਜੀ, ਥੈਂਕ ਯੂ ਸਟੂਡੈਂਟਸ, ਥੈਂਕ ਯੂ ਅਲੋਟ।